ਸਤਨਾਮ। ਧੰਨ ਵਾਹਿਗੁਰੂ ਜੀ। ਗੌੜੀ ਗਜ ਨਾਵ ਗਜ 10 ਗਜ 21 ਪੁਰੀਆ ਏਕ ਤਨਾਈ। ਸਾਠ ਸੂਤ ਨਵ ਖੰਡ 72 ਪਾਟ ਲੱਗੋ ਅਧਿਕਾਈ। ਗਜ ਨਾਵ ਗਜ 10 ਗਜ 21 ਪੁਰੀਆ ਏਕ ਤਨਾਈ। ਸਾਠ ਸੂਤ ਨਵ ਖੰਡ 72 ਪਾਟ ਲੱਗੋ ਅਧਿਕਾਈ। ਗਈ ਬੁਨਾਵਨ ਮਾਹੋ ਕਾਰ ਛੋੜਿਐ ਜਾਏ ਜੁਲਾਹੋ। ਰਹਾਉ ਗਜੀ ਨਾ ਮਿਲੀਐ ਤੋਲ ਨਾ ਤੁਲੀਐ। ਪਾਚਨ ਸ਼ੇਰ ਹਟਾਈ ਜੋ ਕਰ ਪਾਚਨ ਬੇਗ ਨਾ ਪਾਵੈ। ਝਗਰ ਕਰੈ ਘਰ ਹਾਈ ਦਿਨ ਕੀ ਬੈਠ ਖਸਮ ਕੀ ਬਰਕਸ। ਇਹ ਬੇਲਾ ਕਤ ਆਈ ਛੂਟੇ ਕੂੰਡੇ ਭੀਗੈ ਪੁਰੀਆ। ਚਲਿਓ ਜੁਲਾਹੋ ਰਿਸਾਈ ਛੋਛੀ ਨਲੀ ਤੰਤ ਨਹੀਂ ਨਿਕਸੈ। ਨਤਰ ਰਹੀ ਉਰਜਾਈ ਛੋੜ ਪਸਾਰ ਇਹਾਂ ਰਹੋ ਬਪੁਰੀ। ਕਹੋ ਕਬੀਰ ਸਮਝਾਈ ਛੋਛੀ ਨਲੀ ਤੰਤ ਨਹੀਂ ਨਿਕਸੈ। ਨਤਰ ਰਹੀ ਉਰਜਾਈ ਛੋੜ ਪਸਾਰ ਇਹਾਂ ਰਹੋ ਬਪੁਰੀ। ਕਹੋ ਕਬੀਰ ਸਮਝਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਵਿਚਾਰ ਅਧੀਨ ਅੱਜ ਦਾ ਸ਼ਬਦ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੌੜੀ ਰਾਗ ਅੰਦਰ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਾ 335 ਤੇ ਇਹ ਵਿਚਾਰਧੀਨ ਸ਼ਬਦ ਦਰਜ ਹੈ। ਸੋ ਇਸ ਤੋਂ ਪਹਿਲਾਂ ਮੈਂ ਇਸ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂ। ਗੁਰੂ ਮਰਿਆਦਾ ਅਨੁਸਾਰ ਗੁਰੂ ਫਤਿਹ ਅਰਜ ਕਰਦਿਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਵਿਚਾਰਧੀਨ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕੀਤੀ ਹੈ। ਗਈ ਬੁਨਾਵਨ ਮਾਹੋਂ ਕਾਰ ਛੋੜਿਆ ਜਾਏ ਜੁਲਾਹੋ ਰਹਾਉ। ਸੋ ਗਈ ਬੁਨਾਵਨ ਮਾਹੋ, ਬੁਨਾਵਨ ਤਾਣੀ ਅਨਾਉਣ ਲਈ ਵਾਸਨਾ ਜਿਹੜੀ ਹੈ, ਜਿਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਸਨਾ ਬੱਧਾ ਆਵੇ ਜਾਏ। ਜਦੋਂ ਜੀਵ ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ, ਘਰ ਛੋੜਿਆ, ਘਰ ਛੱਡਣ ਦੇ ਕਾਰਨ ਸਵੈ ਰੂਪ ਛੱਡਣ ਕਰਕੇ, ਜਾਂ ਕਹੀਏ ਪ੍ਰਭੂ ਦੇ ਚਰਨ ਵਿਸਾਰਨ ਕਰਕੇ, ਗਈ ਬੁਨਾਵਨ ਮਾਹੋਂ ਘਰ ਛੋੜਿਆ ਜਾਏ ਜੁਲਾਹੋ। ਘਰ ਛੋੜਿਆ ਪ੍ਰਭੂ ਦੇ ਚਰਨ ਵਿਸਾਰਨ ਕਰਕੇ, ਘਰ ਛੱਡਣ ਕਰਕੇ, ਸਵੈ ਸਰੂਪ ਛੱਡਣ ਕਰਕੇ, ਜਾਏ ਚੱਲ ਪੈਂਦਾ ਹੈ, ਜਨਮ ਵਿੱਚ ਆਉਂਦਾ ਹੈ, ਜੁਲਾਹੋ ਜੀਵ ਰੂਪ ਜੁਲਾਹਾ। ਤੋ ਰਹਾਉ ਵਾਲੀਆਂ ਪੰਕਤੀਆਂ ਦੇ ਸਰਲ ਅਰਥ ਹੋਏ, ਜਦੋਂ ਜੀਵ ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ ਤਾਂ ਵਾਸਨਾ, ਇਹ ਸਰੀਰ ਦੀ ਤਾਣੀ, ਸਰੀਰ ਦੀ ਤਾਣੀ ਰੂਪੀ ਵਾਸਨਾ, ਤਾਂ ਵਾਸਨਾ ਉਣਾਉਣ ਤੁਰ ਪੈਂਦੀ ਹੈ। ਭਾਵ ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਵਾਸ਼ਨਾ ਵਿੱਚ ਵੱਜ ਜਾਂਦਾ ਹੈ ਤੇ ਇਹ ਵਾਸ਼ਨਾ ਇਸ ਨੂੰ ਸਰੀਰ ਵਿੱਚ ਲਿਆਉਣ ਦਾ ਕਾਰਨ ਬਣਦੀ ਹੈ। ਰਹਾਉ ਵਾਲੀਆਂ ਪੰਕਤੀਆਂ ਅੰਦਰ ਨਿਚੋੜ ਹੈ ਕਿ ਵਾਸ਼ਨਾ ਕਰਕੇ ਹੀ ਮਨੁੱਖ ਦਾ ਆਉਣ ਜਾਣ ਜਿਹੜਾ ਉਹ ਬਣਦਾ ਹੈ। ਇਸ ਸ਼ਬਦ ਨੂੰ ਗੁਰਬਾਣੀ ਵਿੱਚ ਹੀ ਬੜੇ ਸੁੰਦਰ ਢੰਗ ਨਾਲ ਖੋਲ੍ਹਿਆ ਗਿਆ ਹੈ ਕਿ ਜਦੋਂ ਜੀਵ ਦੀ ਜਿਸ ਪਾਸੇ ਸੁਰਤ ਰਹਿ ਜਾਏ, ਜਾਂ ਇੰਝ ਕਹੀਏ ਵੀ ਮਨ ਦੇ ਵਿੱਚ ਕੁਝ ਇੱਛਾਵਾਂ, ਕੁਝ ਆਸਾਵਾਂ, ਕੁਝ ਮਨਸਾਵਾਂ ਜਦੋਂ ਬਾਕੀ ਰਹਿ ਜਾਂਦੀਆਂ ਨੇ, ਰੂਹੇ ਜ਼ਮੀਨ ਤੋਂ ਰੁਖਸਤ ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਵਿੱਚ ਸੁਰਤ ਰਹਿ ਜਾਂਦੀ ਹੈ, ਤਾਂ ਜਿਸ ਪਾਸੇ ਵੀ ਸੁਰਤ ਦਾ ਵਹਾਵ ਹੋ ਜਾਂਦਾ ਹੈ ਨਾ, ਅਗਲੀ ਯਾਤਰਾ ਵੀ ਉਸੇ ਪ੍ਰਕਾਰ ਹੀ ਹੋ ਜਾਂਦੀ। ਔਰ ਉਹ ਸ਼ਬਦ ਤੁਸੀਂ ਸਾਰੇ ਸੁਣਦੇ ਹੋ, ਮੈਂ ਇੱਕ ਵਾਰ ਫਿਰ ਚੇਤਾ ਕਰਾ ਦਿਓ। ਜਦੋਂ ਜੀਵ ਜਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ ਤਾਂ ਵਾਸਨਾ ਇਹਦੇ ਉੱਤੇ ਦਬਾਅ ਪਾ ਲੈਂਦੀ ਹੈ, ਸਰੀਰ ਰੂਪੀ ਤਾਣੀ ਅਨਾਉਣ ਤੁਰ ਪੈਂਦੀ ਹੈ। ਕਿਉਂਕਿ ਹੁਣ ਭਗਤ ਕਬੀਰ ਸਾਹਿਬ ਹੁਣੀ ਜਿਸ ਭਾਈਚਾਰੇ ਨਾਲ ਸੰਬੰਧਿਤ ਨੇ, ਉਹ ਰਾ ਮਟੀਰੀਅਲ ਤੋਂ ਕੱਪੜਾ ਤਿਆਰ ਕਰਦੇ ਨੇ, ਖੇਸ ਬਣਾਉਂਦੇ ਨੇ, ਚਾਦਰਾਂ ਬਣਾਉਂਦੇ ਨੇ, ਦਰੀਆਂ ਬਣਾਉਂਦੇ ਨੇ, ਦੁਲੀਚੇ ਬਣਾਉਂਦੇ ਨੇ। ਤੋ ਜਿਸ ਤਰ੍ਹਾਂ ਸਾਧ ਸੰਗਤ ਜੀ, ਜਦੋਂ ਅਸੀਂ ਨਾਮਦੇਵ ਸਾਹਿਬ ਦੀ ਗੱਲ ਕਰਨੇ ਆ ਤੇ ਇਹ ਜਿਹੜਾ ਭਾਈਚਾਰਾ ਹੈ ਤਿਆਰ ਕੱਪੜਿਆਂ ਨੂੰ ਅੱਗੋਂ ਹੋਰ ਰੰਗਤ ਦਿੰਦਾ ਹੈ, ਉਹਨਾਂ ਤੇ ਮੀਨਾਕਾਰੀ ਕਰਨੀ ਹੈ, ਉਹਨਾਂ ਦੇ ਉੱਤੇ ਇੰਜ ਕਹਿ ਲਈਏ ਵੀ
ਪ੍ਰਿੰਟ ਕਰਨਾ ਹੈ ਤੇ ਉਹਨਾਂ ਨੂੰ ਫਿਰ ਸਿਉਣਾ ਹੈ। ਤਾਂ ਹੁਣ ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਨੇ ਹਾਂ ਤਾਂ ਉਹ ਕਹਿੰਦੇ ਨੇ, ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿਤ ਹਰਸਿਓ ਲਾਗਾ, ਜਾਂ ਕਾਹੇ ਛੀਪੋ ਛਾਇਲੇ ਰਾਮ ਨਾ ਲਾਵੋ ਚੀਤ, ਛਾਪੇਖਾਨੇ 'ਚ ਰੁਝੇ ਹੋਏ। ਤੋ ਇਹ ਨਾ ਅਕਸਰ ਹੁੰਦਾ ਹੈ ਵੀ ਜਿਸ ਤਰ੍ਹਾਂ ਦੀ ਕਿਰਤਕਾਰ ਹੁੰਦੀ ਹੈ ਉਹ ਫਿਰ ਸਾਡੇ ਜੀਵਨ ਦਾ, ਸਾਡੇ ਚੇਤੇ ਦੀ ਚੰਗੇਰ ਦਾ ਇੱਕ ਹਿੱਸਾ ਬਣ ਜਾਂਦਾ ਹੈ। ਔਰ ਬਾਣੀਕਾਰ ਫਿਰ ਉੱਦਾਂ ਦੀਆਂ ਐਗਜ਼ੈਂਪਲਸ ਆਪਣੇ ਐਕਸਪੀਰੀਅੰਸ ਵਿੱਚੋਂ, ਆਪਣੇ ਅਨੁਭਵ ਦੇ ਵਿੱਚੋਂ ਫਿਰ ਉਹ ਸਾਡੇ ਲਈ ਬਖਸ਼ਿਸ਼ ਕਰਦੇ ਨੇ। ਜਾਂ ਅਸੀਂ ਜਦੋਂ ਭਗਤ ਰਵਿਦਾਸ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੇ ਆ ਤੇ ਉਹਨਾਂ ਨੂੰ ਕੁਝ ਲੋਕ ਜਿਹੜੇ ਈਰਖਾਲੂ ਨੇ, ਜਿਨ੍ਹਾਂ ਕੋਲ ਹੋਰ ਕੋਈ ਬਹਾਨਾ ਨਹੀਂਗਾ ਕਬੀਰ ਸਾਹਿਬ ਨੂੰ ਛੋਟਾ ਦਿਖਾਉਣ ਦਾ, ਖਿਮਾ ਕਰਨਾ, ਭਗਤ ਰਵਿਦਾਸ ਜੀ ਨੂੰ ਛੋਟਾ ਵਿਖਾਉਣ ਦਾ, ਉਹਨਾਂ ਕੋਲ ਕੋਈ ਪੱਜ ਨਹੀਂਗਾ, ਕੋਈ ਬਹਾਨਾ ਨਹੀਂ, ਕੋਈ ਪੁਆਇੰਟ ਉਹਨਾਂ ਨੂੰ ਮਿਲਦਾ ਹੀ ਨਹੀਂਗਾ। ਤਾਂ ਹੋਰ ਕੁਛ ਨਹੀਂ ਤੇ ਉਹ ਜਾਤੀਵਾਚਕ ਸ਼ਬਦ ਲੈ ਲੈ ਕੇ ਤੇ ਖਜਾਂਦੇ ਨੇ, ਤੇ ਉਹ ਸ਼ਬਦ ਚਮਾਰ ਹੈ। ਤਾਂ ਫਿਰ ਰਵਿਦਾਸ ਸਾਹਿਬ ਮਹਾਰਾਜ ਅੱਗੋਂ ਉਹਨਾਂ ਨੂੰ ਬਚਨ ਕਰਦੇ ਨੇ ਵੀ ਵੇਖੋ, ਇਹ ਜਿਹੜਾ ਜਾਤੀਵਾਚਕ ਸ਼ਬਦ ਹੈ ਇਹ ਕੰਮ ਕਰਕੇ ਬਣਿਆ ਹੈ। ਜਿਹੜੇ ਚਮੜੇ ਦਾ ਕੰਮ ਕਰਦੇ ਸਨ ਉਹਨਾਂ ਨਾਲ ਇਹ ਸ਼ਬਦ ਜੁੜ ਗਿਆ, ਜਿਹੜੇ ਸੋਨੇ ਦਾ ਕੰਮ ਕਰਦੇ ਸਨ ਉਹ ਸੁਨਿਆਰ ਬਣ ਗਏ, ਲੋਹੇ ਦਾ ਕੰਮ ਵਾਲੇ ਲੋਹਾਰ ਬਣ ਗਏ, ਇਤਿਆਦ। ਜਿੱਥੋਂ ਤੱਕ ਜਾਤੀਵਾਚਕ ਸ਼ਬਦ ਦੀ ਗੱਲ ਹੈ ਵੀ ਮੈਂ ਜੁੱਤੀਆਂ ਬਣਾਉਣ ਦਾ, ਜੁੱਤੀਆਂ ਮੁਰੰਮਤ ਕਰਨ ਦਾ ਕਾਰੋਬਾਰ ਤੇ ਮੈਂ ਕਰਨਾ, ਪਰ ਜੁੱਤੀ ਤੇ ਤੁਸੀਂ ਸਾਰੇ ਗੰਢਦੇ ਹੋ, ਇਸ ਲਿਹਾਜ਼ ਤੋਂ ਤੇ ਫਿਰ ਤੁਸੀਂ ਸਾਰੇ ਚਮਾਰ ਹੋ। ਇਹ ਲੌਜਿਕ ਹੈ ਭਗਤ ਰਵਿਦਾਸ ਸਾਹਿਬ ਮਹਾਰਾਜ ਦਾ। ਤਾਂ ਉਹ ਜਿਹੜੇ ਜਾਤੀਵਾਚਕ ਸ਼ਬਦ ਨਾਲ ਭਗਤ ਸਾਹਿਬ ਨੂੰ ਠਿੱਠ ਕਰਨਾ ਚਾਹੁੰਦੇ ਨੇ, ਸਵਰਨ ਜਾਤੀਏ, ਉੱਚ ਜਾਤੀਏ ਲੋਕ, ਜਿਨ੍ਹਾਂ ਨੂੰ ਆਪਣੀ ਜ਼ਾਤ ਤੇ ਬੜਾ ਅਹੰਕਾਰ ਹੈ ਸਾਧ ਸੰਗਤ ਜੀ, ਤਾਂ ਫਿਰ ਭਗਤ ਰਵਿਦਾਸ ਸਾਹਿਬ ਮਹਾਰਾਜ ਨੂੰ ਕਹਿੰਦੇ ਨੇ ਵੀ ਉਹ ਕਿਵੇਂ। ਤਾਂ ਫਿਰ ਉੱਥੇ ਆਪ ਜੀ ਸ਼ਬਦ ਉਚਾਰਨ ਕਰਦੇ ਨੇ, ਚਮਰਟਾ ਗਾਂਠ ਨਾ ਜਣਈ, ਮੈਂ ਤੇ ਕਦੀ ਸਰੀਰ ਰੂਪੀ ਜੁੱਤੀ, ਸਾਡਾ ਸਰੀਰ ਵੀ ਤੇ ਚਮੜੇ ਦਾ, ਇਹ ਵੀ ਤੇ ਕਿਸਮ ਦੀ ਜੁੱਤੀ ਹੈ ਜਿਹੜੀ ਆਤਮਾ ਨੇ ਪਾਈ ਹੋਈ ਹੈ। ਇਹ ਵੀ ਇੱਕ ਕਿਸਮ ਦਾ ਕੱਪੜਾ ਹੈ ਜਿਹੜਾ ਆਤਮਾ ਨੇ ਓੜਿਆ ਹੋਇਆ ਹੈ, ਕੱਪੜ ਰੂਪ ਸੁਹਾਵਨਾ। ਇਹ ਵੀ ਇੱਕ ਕਿਸਮ ਦਾ ਰਥ ਹੈ ਜਿਹਦੇ ਉੱਤੇ ਆਤਮਾ ਸਵਾਰੀ ਕਰ ਰਹੀ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹੋ। ਸੋ ਤੁਸੀਂ ਇਸ ਲਿਹਾਜ਼ ਨਾਲ ਸਾਰੇ ਜੁੱਤੀਆਂ ਗੰਢਦੇ ਹੋ, ਮੈਂ ਤੇ ਕਦੀ ਸਰੀਰ ਰੂਪੀ ਜੁੱਤੀ ਨੂੰ ਗੰਢਿਆ ਹੀ ਨਹੀਂ। ਮੈਂ ਕਦੀ ਇਹ ਟੈਨਸ਼ਨ ਲਈ ਨਹੀਂ ਵੀ ਮੈਂ ਮਰਾਂ ਨਾ, ਮੈਂ ਇਹ ਖਾ ਲਵਾਂ, ਮੈਂ ਆਹ ਪੀ ਲਵਾਂ, ਮੈਂ ਇੱਦਾਂ ਕਰ ਲਵਾਂ, ਮੈਂ ਉੱਦਾਂ ਕਰ ਲਵਾਂ। ਮੈਂ ਤੇ ਕਿਰਤ ਕਰਨਾ ਵਾਂ ਤੇ ਬਚਿਆ ਹੋਇਆ ਸਮਾਂ ਮੈਂ ਪ੍ਰਭੂ ਦੀ, ਈਸ਼ਵਰ ਦੀ ਭਗਤੀ ਕਰਨਾ ਵਾ। ਤੇ ਤੁਸੀਂ ਤੇ ਸਾਰਾ ਦਿਨ ਜਨਮ ਤੋਂ ਮੌਤ ਤੱਕ ਸਰੀਰ ਰੂਪੀ ਜੁੱਤੀ ਨੂੰ ਗੰਢਣ ਦੇ ਆਰ ਪਾਰ ਵਿੱਚ ਹੀ ਜ਼ਿੰਦਗੀ ਲਗਾ ਦਿੰਦੇ ਹੋ। ਫਿਰ ਤੁਸੀਂ ਦੱਸੋ ਵੀ ਜੁੱਤੀਆਂ ਮੈਂ ਗੰਢਣਾ ਕਿ ਜੁੱਤੀ ਤੁਸੀਂ ਗੰਢਦੇ। ਚਮਰਟਾ ਗਾਂਠ ਨਾ ਜਨਈ, ਲੋਕ ਗਠਾਵੇਂ ਪਨੀ। ਲੋਕ ਤੇ ਸਰੀਰ ਰੂਪੀ ਜੁੱਤੀ ਨੂੰ ਵੈਦਾਂ ਕੋਲ ਜਾ ਜਾ ਕੇ, ਐਕਸਪਰਟਸ ਕੋਲ ਜਾ ਜਾ ਕੇ ਪੁੱਛਦੇ ਨੇ, ਮੈਨੂ ਬਣਾ ਕੇ ਦਿਓ, ਕੀ ਲਈਏ, ਇਹ ਸਾਡੀ ਸਕਿਨ ਜਿਹੜੀ ਹੈ ਚਮਕਦੀ ਰਵੇ, ਝੋਡੀਆਂ ਨਾ ਪੈਣ, ਸਰੀਰ ਰਿਸ਼ਟ ਪੁਸ਼ਟ। ਮੈਂ ਤੇ ਕਦੀ ਇਹ ਚਿੰਤਾ ਕੀਤੀ ਨਹੀਂ। ਆਰ ਨਹੀਂ ਜੇ ਤੋਪੋ, ਮੇਰੇ ਕੋਲ ਨਾ ਜੁੱਤੀ ਗੰਢਣ ਲਈ ਕੋਈ ਆਰ ਹੈ, ਨਾ ਤੋਪਾ ਹੈ, ਨਾ ਮੇਰੇ ਕੋਲ ਦੇਹ ਅਧਿਆਸ ਹੈ, ਮੇਰੇ ਸਰੀਰ ਦਾ ਕੋਈ ਮੋਹ ਰੂਪੀ ਮੇਰੇ ਕੋਲ ਆਰ ਹੈ, ਨਾ ਕੋਈ ਤੋਪੋ ਹੈ। ਨਹੀਂ ਰਾਂਬੀ ਥਾਉ ਰੋਪੋ, ਉਹ ਸਾਰਾ ਕਿੱਟ ਹੈ ਮੋਚੀ ਦੀ। ਮੇਰੇ ਕੋਲ ਨਾ ਰੰਬੀ ਹੈ, ਨਾ ਆਰ ਹੈ, ਨਾ ਧਾਗਾ ਹੈ। ਲੋਗ ਗੰਠ ਗੰਠ ਖਰਾ ਬਗੁੱਚਾ, ਸਰੀਰ ਰੂਪੀ ਜੁੱਤੀ ਨੂੰ ਗਾਂਢੇ ਤੋਪੇ ਲਾ ਲਾ ਕੇ, ਆਪਰੇਸ਼ਨ ਕਰਾ ਕੇ ਵੀ ਲੋਕ ਖੱਜਲ ਹੋ ਰਹੇ ਨੇ। ਭਾਵ ਜਿਹੜਾ ਕੰਮ ਕਰਨ ਆਏ ਨੇ ਸਿਮਰਨ ਨਾਲ, ਉਹ ਫਿਰ ਵੀ ਨਹੀਂ ਕੀਤਾ। ਉਮਰਾਂ ਲੰਮੀਆਂ ਕਰ ਲਈਆਂ, ਸਰੀਰ ਰਿਸ਼ਟ ਪੁਸ਼ਟ ਕਰ ਲੈ, ਪਰ ਜਿਹੜਾ ਕੰਮ ਕਰਨਾ ਸੀ ਉਹ ਸ਼ੁਰੂ ਨਹੀਂ ਕੀਤਾ। ਗੰਠ ਗੰਠ ਖਰਾ ਬਗੁੱਚਾ, ਹਉ ਬਿਨ ਗੰਠ ਹੈ ਜਾਏ ਪਹੁੰਚਾ। ਰਵਿਦਾਸ ਜਪੈ ਰਾਮ ਨਾਮਾ, ਮੋਹਿ ਜਮਸੋ ਨਾਹੀ ਕੰਮ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਆਪਣੇ ਕਿੱਤੇ ਚੋਂ ਉੱਥੇ ਉਦਾਹਰਨ ਦਿੰਦੇ ਨੇ, ਨਾਮਦੇਵ ਸਾਹਿਬ ਆਪਣੇ ਕਿੱਤੇ ਚੋਂ ਉਦਾਹਰਨ ਦਿੰਦੇ ਨੇ, ਅੱਜ ਭਗਤ ਕਬੀਰ ਸਾਹਿਬ ਮਹਾਰਾਜ ਵੀ ਆਪਣੇ ਕਿੱਤੇ ਵਿੱਚੋਂ ਉਦਾਹਰਨ ਦਿੰਦੇ, ਕਿਉਂਕਿ ਇਹਨਾਂ ਦਾ ਉਣਨ ਉਣਾਉਣ ਦਾ ਕੰਮ ਹੈ। ਤਾਂ ਜਿਵੇਂ ਕੋਈ ਉਣਨ ਵਾਲੇ ਕੰਮ ਵਿੱਚ ਰੁੱਝ ਜਾਏ, ਇਸ ਤਰ੍ਹਾਂ ਸਰੀਰ ਰੂਪੀ
जो ताना पेटा है इनू अनाउण वाले पासे तुर पैंदी है जीव आत्मा। प्रभु नू विसारण करके जीव वासना विच ਵੱਧ ਜਾਂਦਾ है ਤੇ ਇਹ ਵਾਸਨਾ ਇਸ ਨੂੰ ਸਰੀਰ ਵਿੱਚ ਲਿਆਉਣ ਦਾ ਕਾਰਨ ਬਣਦੀ ਹੈ। ਫਿਰ ਉਹ ਕਾਰਨ ਕਿਵੇਂ ਬਣਦੀ ਹੈ ਤੇ ਕਿਵੇਂ ਕਿਵੇਂ ਦੇ ਸਰੀਰਾਂ ਵਿੱਚ ਉਹ ਵਾਸਨਾ ਲੈ ਕੇ ਆਉਂਦੀ ਹੈ ਪ੍ਰੇਮੀਓ, ਉਹਦਾ ਜਰਾ ਆਨੰਦ ਲਿਆ ਜੀ। अंत काल जो लक्ष्मी सिमरै ऐसी चिंता में जे मरै, सर्प जोन वल वल अवतरै। माया जोड़ी है और जोड़ी गए भी जादी जोड़ के जदों जादी इकट्ठी हो जाएगी फिर इहदा इंजॉय करांगे, आनंद लवांगे, पर वो समा ना आया, अंत समा आ गया, मंजे दे उत्ते लेटिया होया है और अंत समा बिल्कुल करीब आ गया और फिर लम्मा पिया पे तिजोरी वाल देखदा भी बड़े मशक्कत करके बड़े अनर्थ कर करके प्रपंच कर करके इकट्ठी कीती सी, इहदा सुख लैण दा ते समझ नहीं आया। वो सुरत जदों पंज भूतक शरीर नालों आत्मा जुदा हुंदी है उस वेले सुरत उहदे विच रह गई, लिहाजा अगला जन्म जिहड़ा है वो सर्प जोन वल वल अवतरे, परत परत के सप दी जून पवे। हरि भाई गोबिंद नाम मत बिसरै। परमात्मा का नाम नहीं सी विसरना चाहिए, घर छोड़े घर नहीं सी छड्डना चाहिए, स्वै स्वरूप नूं नहीं सी छड्डना चाहिए। मन तू जोत स्वरूप है, अपना मूल पछाण, पर वो छड्ड दिता। और फिर हजूर फरमान करते ने अंत काल जे मंदिर सिमरै, सारी उम्र कमाई कर करके इमारत बनाने के उत्ते, घर बनाने के उत्ते जोर ला दिता भी बहुत वड्डा घर बनाना है, सोहना घर बनाना है, सतवें सांझ किया घर वास। माया ने गलबा पा लिया सतवीं अवस्था दे विच। इदू पहला काम ना पूछे जा, इदू अगला क्रोध हुआ तन्नास, तां वो फिर इमारत बन गई, तैयार हो गई, उहदे विच रहन लग पिया। थोड़ा जिहा चिर रहा ते समा आ गया, मन नूं बड़ा पछतावा होया भी इन्ना खर्च ला के मशक्कत करके घर बना लिया सी, हुण इहदे विच रहण दा ते अवसर ही नहीं मिलिया, इस हंडना ते होया ही नहीं गा। अंतम समा आ गया, हुण सुरत इमारत विच रह गई। ते हजूर कहंदे ने अंत काल जो मंदिर सिमरै। हुण ते वैसे असीं एक कॉमन जिहा शब्द बन गया मंदिर, जिहड़े साडे सनातन धर्म के धार्मिक स्थान ने ना, जिवें गुरुद्वारे ने, गिरजे ने और मठ ने, इस तरह जिहड़े धर्म स्थान ने जिन्हां दा प्रॉपर नाम दिवालिया वे, उन्हां नूं लोकां ने मंदिर कहना शुरू कर दिता। वैसे मंदिर दा प्रॉपर जो अर्थ ने वो बिल्डिंग जां इमारत ने। अंत काल जो मंदिर सिमरै ऐसी चिंता में जो मरै, प्रेत जोन वाल वाल अवतरै। भाई तू अपनी रीत पूरी कर लै, शरीर ते खुस गया, आत्मा जिहड़ी है वो तू कली इहदे पकड़ है तेरी, बई इहदे विच रही जा, आत्मा भटकदी रहिंदी है। इसे प्रकार अंत काल जे लड़के सिमरै, बच्चों में सुर चली गई, बच्चों नाल बड़ा मोह है। देखो जिम्मेवारियां निभाण तक तो गल ठीक है, पर मैं अक्सर ये अर्ज करता ही रहना भी बेटी नूं वेख के इंजॉय करी चलो, बेटे नूं वेख के आनंद लई चलो, इमारत वेख के सब कुछ उन्होंने इंजॉय करी चलो, पोला 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 पोला, पर आहिस्ता 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 सहजे सहजे पकड़ ढिली कर देगा। क्योंकि पकड़ जितनी मजबूत होगी छड्डन लग्या उतनी भी तकलीफदारी होगी, भावें वो घर दी है, भावें वो परिवार दी है, भावें वो संसार दी है, भावें वो किसी होर चीज़ दी है। पकड़ ही दुख का कारण है, भावें वो स्थान की पकड़। हुण जदों औरंगजेब उतों सुनेहा भेजदा है भी छोड़ो आनंदपुर ये शाही मुकाम है, मखदूस इस जगह पे तुम्हारा मुकाम है, फौजों और किलों से क्या तुमको काम है, लड़ना ही जब नहीं तो क्यों ये धूमधाम है। अगों हजूर कहते ने भी मशहूर है कि पाए गदा लंग भी नहीं, अपने लिए खुदा की जिमी तंग भी नहीं। मैं लंगड़ा नहीं गा जिहड़ा आनंदपुर नूं छड्ड के दूजी थां ते मूव नहीं हो सकता, और मैं बेवजह खून खराबा भी नहीं करना चाहता। स्थान की मुल लैके खर्च करके ये असी बनाया है, पर फिर भी जे खून खराबा रुकदा है तो मैनू स्थान की भी कोई पकड़ नहीं, मैं छड्डण लई तैयार, छड्ड दिता। साडे वास्ते पूर्ण ने पाए, केवल हवाई गल्लां नहीं। तो खैर अंत काल जो लड़के सिमरै ऐसी चिंता में जे मरै, सूकर जोन वल वल अवतरै। क्योंकि
इस जानवर के बच्चे बहुतात गिनती च हुंदे ने, ते हुण तू अपनी ये रीझ पूरी कर लै, जिन्ने बच्चे वेखने ने, जिन्ना बच्चों नूं मोह करना है कर लै। हर सीजन दे विच 5 7 10 15 बच्चे पिछे तेरे कुर 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 करते फिरनगे। अंतकाल जो स्त्री सिमरै, ऐसी चिंता में जो मरै, वेश्वा जोन वन वन अवतरै। अंतकाल नारायण सिमरै, ऐसी चिंता में जे मरै, बदत तलोचन ते नर मुक्ता, पीतंबर वाकै हृदय वसै। वासना शरीर नूं लियाउण दा कारण बनदी है, और फिर वो वासना जिस पासे उस वेले चली जाती है, क्षमा करना, यात्रा उस प्रकार की शुरू हो जाती है। शब्द की शुरुआती जो पंक्ति है, गज नव, गज 10, गज 21, और अगला वचन है संगत जी, पुरिया एक तनाई। गज नव 9 गज 9 गोलका, गज 10 10 इंद्रे। 10 इंद्रे केड़े जी? दो, जदों 10 इंद्रे कहण बाणीकार, उदों इदां गिनना, 2 कन, 2 अखां, 4 2 नासका, 6 1 मूँह, 7 गुद्दा, 8 गुप्तांग, 9 द्वारे प्रगट किए, 10वां गुप्त रखाया। गज नव, गज 10, गज 21, आपां 21 कहने आ, हिंदी चो 21 कहते हैं, इत्थे 21 ही लिखिया। जे इनू 21 की थां 21 पढ़ो तो अर्थां दे तुसीं ज़्यादा नेड़े चले जाओ। तो हजूर भगत कबीर शाह महाराज कहणगे, 60 सूत कौमा नव खंड 72 कौमा पाठ लगो अधिकाई। गज नव 9 गज 9 गोलका, गज 10 10 इंद्रे, गज 21 21 गज। 21 गज केड़े जी? 5 सूखम तत्त, 5 स्थूल तत्त, 10 प्राण, 1 मन, 5 ते 5 10 ते 10 20 ते 1 21। हुण संगत जी 21 ये हो गए, ते गज नव गज 10 9 ते 10 19 हो गए। 21 जमा 19 बराबर 40। पुरिया तनाई, पूरी 40 गज की ताणी, पुरिया एक तनाई। 60 सूत, 60 नाड़ियां, लम्मे पासे का ताना। ये जदों कपड़ा उणदे ने ते एक लम्मा पासा हुंदा, उहनूं ताना कहंदे ने। छोटे पासे का विचों धागा पा के जिहड़ा हत्थी नाल ठोकदे, उहनूं पेटा कहंदे ने। ते नवखंड 9 टोटे 9 जोड़, ताणी दे 4 जोड़ बाहां दे, 4 जोड़ लत्तां दे, एक धाड़ 9 ते 72 भाव 72 नाड़ियां छोटियां, 72 जिहड़ियां नाड़ियां ने। पाठ लगो अधिकाई पेटा, लगो अधिकाई मैंने वाधू लगा होया है। तो पहले पदे दे जिहड़े सरल अर्थ ने, जदों जीव जन्म लैंदा है तां मानो पूरी एक ताणी 40 गजां दी तैयार हो जाती है, जिस विच 9 गोलकां, 10 इंद्रे, 21 गज होर हुंदे हन, भाव 5 सूखम तत्त, 5 स्थूल तत्त, 10 प्राण ते 1 मन, 21 गज ताणी दे होर हन। 60 नाड़ियां, ये उस ताणी दे लम्मे पासे का सूत्र हैं। शरीर दे 9 जोड़ उस ताणी दे 9 टोटे हैं, ते 72 छोटियां नाड़ियां उस ताणी नूं वाधू पेटा लगा होया है, समझो। और ये जिहड़ा ताणा पेटा है, जिवें जिदों जिदी जलाए उस ताणे पेटे विच लग जाते हैं। सवेरे सवेरे शुरू कर देना है, तो गई रात तक भी मोमबत्तियां जगा के उणदे रहना, लालच हो जाता है, 4 दरियां 4 खेस वध होण लई। इसे प्रकार जिहड़ी शरीर रूपी ताणी है ना, मनुख इहदे आर पार दे विच लग पैंदा है। तो सवास जिहड़े ने वो सारे बाजार विच वेच के, और बदले विच जो मिलता है वो सारा इस शरीर की कुल्ली गुल्ली ते जुल्ली दे आर पार वास्ते मनुख खर्च करके, ते चले जवारी दो हत्थ झार वाली जिहड़ी गल है वो बन जाती है, ते रूहे जमीन तो फिर रुखसत हो जाता है। सो हुण मैं दूसरा पद आप जी की नज़र करा,
गजी ना मिनिए ਤੋਲ ਨਾ ਤੁਲੀਐ ਪਾਚਨ ਸ਼ੇਰ ਅਡਾਈ। ਆਪਾਂ 2.5 ਕਹਿੰਦੇ ਆ, ਅਸਲ ਸ਼ਬਦ ਦੇ ਐੜੇ ਨਾਲ 2.5, 2.5। ਗਜੀ ਨਾ ਮਿਨੀਐ ਤੋਲ ਨਾ ਤੁਲੀਐ ਪਾਚਨ ਸ਼ੇਰ 2.5, ਜੋ ਕਰ ਪਾਚਨ ਬੇਗ ਨਾ ਪਾਵੈ ਝਗਰ ਕਰੈ ਘਰ ਹਾਈ। ਗਜਾਂ ਨਾਲ ਨਾ ਮਿਨੀਐ ਨਹੀਂ ਮਿਣੀਦਾ, ਔਰ ਤੋਲ ਨਾਲ ਵੱਟੇ ਨਾਲ ਨਹੀਂ ਤੋਲਿਆ ਜਾਂਦਾ। ਪਾਚਨ ਪਾਣ ਜੋ ਕੱਪੜਾ ਉਣਨ ਤੋਂ ਪਹਿਲਾਂ ਤਾਣੀ ਨੂੰ ਲਾਈ ਦੀ ਹੈ ਤਾਂ ਕਿ ਧਾਗੇ ਪੱਕੇ ਰਹਿਣ ਤੇ ਉਣਨ ਵੇਲੇ ਟੁੱਟਣ ਨਾ। ਭਾਵ ਖੁਰਾਕ, ਜਿਵੇਂ ਉਹਨੂੰ ਪਾਣ ਲਾਈ ਦੀ ਹੈ ਤਾਣੇ ਨੂੰ, ਪੇਟੇ ਨੂੰ, ਇਸ ਤਰ੍ਹਾਂ ਸਰੀਰ ਨੂੰ ਜਿਹੜੀ ਹੈ ਉਹ ਖੁਰਾਕ ਰੂਪੀ ਪਾਣ ਲਾਣੀ ਪੈਂਦੀ ਹੈ, ਖੁਰਾਕ ਇਹਨੂੰ ਦੇਣੀ ਪੈਂਦੀ ਹੈ। ਔਰ ਜੋ ਕਰ ਦੇ ਅਰਥ ਨੇ ਜੇ, ਬੇਗ ਛੇਤੀ ਵੇਲੇ ਸਿਰ ਘਰ ਹਾਈ, ਘਰ ਵਿੱਚ ਹੀ। ਤੋ ਸਮੁੱਚੇ ਪਦੇ ਦੇ ਅਰਥ ਹੋ ਗਏ ਸਰੀਰ ਰੂਪ ਇਹ ਤਾਣੀ ਗਜਾਂ ਨਾਲ ਨਹੀਂ ਮਿਣੀਦੀ ਤੇ ਵੱਟਿਆਂ ਨਾਲ ਤੋਲੀ ਦੀ ਵੀ ਨਹੀਂ। ਉਂਝ ਇਸ ਤਾਣੀ ਨੂੰ ਵੀ ਹਰ ਰੋਜ਼ 2.5 ਸੇਰ ਖੁਰਾਕ ਰੂਪ ਪਾਣ ਚਾਹੀਦੀ ਹੈ। ਪਾਚਨ ਰੂਪ 2.5, 2.5 ਸੇਰ ਦੀ ਜਿਹੜੀ ਖੁਰਾਕ ਹੈ ਉਹ ਇਹਨੂੰ ਗੁਰੂ ਰੂਪ ਸਾਧ ਸੰਗਤ ਜੀ ਜਿੰਦਾ ਰਹਿਣ ਵਾਸਤੇ ਚਾਹੀਦੀ ਹੈ। ਪਾਚਨ ਦੇ ਅਰਥ ਪਾਣ ਕਰਕੇ ਤੇ ਫਿਰ ਸੈਂਸ ਖੁਰਾਕ ਦੀ ਲਈਏ। ਇਸੇ ਭਾਵ ਦੇ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਨੇ। ਸਾਡੇ ਤ੍ਰੈ ਮਨ ਦੇਹੁਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬਨ। ਇਹ ਜਿਹੜੀ ਸਾਡਾ ਸਰੀਰ ਹੈ ਇਹ ਅੰਨ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦਾ, ਕਿਉਂਕਿ ਅੰਨ ਪਾਣੀ ਦਾ ਬਣਿਆ ਹੈ ਔਰ ਅੰਨ ਪਾਣੀ ਨਾਲ ਹੀ ਇਹ ਚੱਲਦਾ ਹੈ। ਇਸ ਕਰਕੇ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਵੀ ਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਤਾਂ ਘਰ ਵਿੱਚ ਹੀ ਰੌਲਾ ਪਾ ਦਿੰਦੀ ਹੈ। ਜੋਕਰ ਪਾਚਨ ਮੈਨੇ ਪਾਣ ਮੈਨੇ ਖੁਰਾਕ। ਇਹ ਜਿਹੜੀ ਤਾਣਾ ਪੇਟਾ ਰੂਪੀ ਸਰੀਰ ਹੈ ਨਾ ਸੰਗਤ ਜੀ, ਇਹਨੂੰ ਜੇ ਵੇਲੇ ਸਿਰ ਖੁਰਾਕ ਨਾ ਮਿਲੇ, ਬੇਗ ਨਾ ਪਾਵੇ, ਵੇਲੇ ਸਿਰ ਛੇਤੀ ਨਾ ਮਿਲੇ, ਝਗਰ ਕਰੇ ਘਰ ਹਾਈ। ਇਹ ਸਰੀਰ ਵਿੱਚ ਤਰਥੱਲ ਮਚ ਜਾਂਦੀ ਹੈ। ਤੁਸੀਂ ਕਦੀ ਵੇਖੋ ਜਦੋਂ ਹਜ਼ੂਰ ਬਾਣੀ ਸਾਨੂੰ ਸਮਝਾਉਂਦੇ ਨੇ ਤੇ ਉੱਥੇ ਕਹਿੰਦੇ ਨੇ ਵੀ ਸਾਰਾ ਦਿਨ ਜਿੰਨਾ ਚਿਰ ਅਸੀਂ ਜਾਗਨੇ ਆ ਉਹ ਸਾਰਾ ਸਮਾਂ ਸਾਡਾ ਖਾਂਦੇ ਲੰਘ ਜਾਂਦਾ, ਸਾਰਾ ਸਮਾਂ ਖਾਣ। 4 ਗਵਾਇਆ ਹੰਡ ਗਏ, 4 ਚੱਚੇ ਕੰਨਾ ਰਾਰੇ ਨੂੰ ਹੁਸ਼ਿਆਰੀ। ਜਦੋਂ ਵੀ 4 ਹੁਸ਼ਿਆਰੀ ਨਾਲ ਆਵੇ ਉਹਦੇ ਅਰਥ ਹਿੰਦਸੇ ਦਾ 4 ਹੀ ਹੁੰਦੇ, ਉਹਦੇ ਹੋਰ ਕੋਈ ਅਰਥ ਨਹੀਂ ਹੋ ਸਕਦੇ। ਅੱਖਾਂ ਮੀਟ ਕੇ ਉਹਦੇ ਅਰਥ ਹਿੰਦਸੇ ਦਾ 4 ਕਰਦੇ, ਜਿਹੜਾ 3 ਤੋਂ ਬਾਅਦ ਤੇ 5 ਤੋਂ ਪਹਿਲਾਂ ਹੁੰਦਾ। 4 ਗਵਾਇਆ ਹੰਡ ਕੈ 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਰੈਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੇ ਪਛਤਾਏ ਰੇ। ਇੱਕ ਹੋਰ ਥਾਂ ਤੇ ਇਸ ਭਾਵ ਦਾ ਬਚਨ ਹੈ, ਜਦੋਂ ਮਾਝ ਕੀ ਵਾਰ ਵਿੱਚ ਹਜ਼ੂਰ ਅੰਮ੍ਰਿਤ ਵੇਲੇ ਉੱਠਣ ਦੀ ਪ੍ਰੇਰਨਾ ਕਰਦੇ ਨੇ ਨਾ, ਤਾਂ ਫਿਰ ਕਹਿੰਦੇ ਨੇ ਵੀ ਜੇ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਤੇ ਦੂਜਾ ਅਗਲਾ ਪਹਿਰ ਸ਼ੁਰੂ ਹੋ ਜਾਏ ਤੇ ਫਿਰ ਮਨ ਖਿੰਡ ਜਾਂਦਾ ਹੈ। ਦੂਜੇ ਬਹੁਤੇ ਰਾਹ, ਮਨ ਦੇ ਕਈ ਰਾਹ ਹੋ ਜਾਂਦੇ ਨੇ। ਮਨ ਕੀਆਂ ਮੱਤੀ ਖਿੰਡੀਆਂ ਬਹੁਤ ਪਏ ਸਗਾ ਗੋਤੇ ਖਾਏ ਨਾ ਨਿਕਲੇ। ਫਿਰ ਅੱਗੇ ਇੱਕ ਬਚਨ ਕਰਦੇ ਨੇ ਜਿਹੜਾ ਇਸ ਸ਼ਬਦ ਦੇ ਸੰਗਤ ਜੀ ਦੂਸਰੇ ਪਦੇ ਨਾਲ ਸੰਬੰਧਿਤ ਹੈ। ਉਥੇ ਹਜ਼ੂਰ ਫਰਮਾਨ ਕਰਦੇ ਨੇ ਤੀਜੈ ਮੂੰਹੀ ਗਿਰਾ, ਭੁੱਖ ਤਿੱਖਾ ਦੋਏ ਭੌਂਕੀਆਂ। ਜਦੋਂ ਤੀਜਾ ਪੈਰ ਸ਼ੁਰੂ ਹੋ ਜਾਂਦਾ ਨਾ, ਤੀਜਾ ਪੈਰ ਮੀਨ ਦਿਨ ਦਾ ਦੂਜਾ ਪੈਰ ਸ਼ੁਰੂ ਜਦੋਂ ਹੁੰਦਾ ਹੈ,
क्योंकि असी रात का लास्ट पैर लै लिया, चौथे पैर सबाक है, वो अमृत वेला है। हुण उदों नहीं उठे तो सूरज उगण तो बाद उठे हाँ, तो पहला पैर तो उदों अगला पैर, जदों आपां आम तौर पर भोजन छकने आ, उन्होंने उत्थे लिखिया तीजै मूंही गिरा, मूँह विच गराहियां पाईयां, बुरकियां पाईयां, निवाले पाए, खुराक पाई। क्यों पाई जी? क्योंकि भुख तिखा दोए भौंकियां, अंदरों भुख ते प्यास ने आवाज मारी, मंग की, भी प्यास लगी है, त्रेह लगी है, भुख लगी है, भोजन लियाओ। फिर की कीता? फिर भोजन प्रोवाइड किया, और जिहड़ा खाधा सी घंटे 2 घंटे 3 घंटे बाद वो डस्ट बन गया। खाधा होए सुआह, हुण लियाओ होर, पी खाने से दोस्ती। हुण जी ब्रेकफास्ट किया है तो लै आओ चाह बिस्कुट, हुण जी लियाओ लंच का टाइम हो गया, विचकार फिर कुछ ना कुछ, और हुण जी डिनर का टाइम हो गया, हुण पैन लग्या तो दुध का कप लै आओ। और जे ना प्रोवाइड करिए, अब जे खुराक ना मिले तो शरीर विच थल मच जाता है, इसे आर पार विच जिंदगी लंघ जाती है। इसे नूं कबीर साहब कहते हैं, जो कर पाचन बेग ना पावे, जे वो पान जे शरीर रूपी ताने पेटे नूं वो 2.5 सेर रूपी खुराक ना प्राप्त होवे ते झगड़ करे घर हाई, घर विच ही झगड़ा पै जांदा है। हुण तीजा पदा, दिन की बैठ खसम की बरकस ए बेला कत आई। दिन की बैठ, थोड़े दिनों की बैठक लई, थोड़े दिनों के जिउण लई। दिन की बैठ, थोड़े दिनों के जिउण लई मनुख मिसटेक की करता है? खसम की बरकस, बर अक्ष उल्ट आकी, खसम की बरकस, मालक प्रभु तो आकी। बंदा मालक प्रभु तो आकी हो जाता, सेंस मालक प्रभु नूं वसार देंदा है, रजा विच राजी नहीं रहिंदा, अणहोणियां गल्लां करदा है, बाणी नहीं पढ़दा, नाम नहीं जपदा, संगत विच नहीं जांदा, खलकत दी देश कौम की सेवा नहीं करता। ये बेला कत आई, और भलिया ये समा विहाज गया ते तेनू ये समा दोबारा प्राप्त नहीं होना। तुसीं भाई साहब भाई गुरदास जी दे वो बचन ते सुने होणगे ना, जिन्हां विच भाई साहब भाई गुरदास जी सानू समय की संभाल बारे प्रेरणा करते हैं। ते प्रेमियों, प्रेरणा इस प्रकार करते हैं भी मानन ना कीजै मान, बदो ना तेरो सियान, मेरो कहो मान जान अवसर अभीट को। ये बेला कत आई, समा तेरे हथ नहीं आना, इसलिए मानन ना कीजै मान, बदो ना तेरो सियान, मेरो कहो मान जान अवसर अभीच को। प्रिया की अनेक प्यारी चिरंकाल आई बारी, लियो ना सुहाग संग छाड़ हट नीच को। रजनी बिहात जात जोबन श्रृंगार गात, खेलो ना प्रेम रस मोह सुख बीच को। अब कह ना भेटा नाथ बोरियो ना आवे हाथ, बिरहा बिहावे बल बड़ो भाई नीच को। हे मानमतीये मान ना कर, मानन मानमती, ना कीजै मान ना कर, तेरे इस मान कर नूं मैं कोई सियाणप नहीं समझती। बदो ना तेरो सियान, मैं सियाणप नहीं समझती। ये जड़ा जिंदगी रूपी रात विच तू मान करके प्रभु तो विछड़ी हुई है, सेजा नहीं ना मान रही, ये मान करन वाली गल नहीं, ये अकल वाली गल नहीं। इसलिए मेरो कहो मान, मेरे आखे लग, ते मनुखा जन्म के शुभ नक्षत्र नूं प्रीतम प्रभु के मिलन का अमोलक अवसर समझ। जान अवसर अभीच को, इस अवसर नूं गुरु दीक्षा लेके नाम सिमरन नाल सफल कर। प्रिया की अनेक प्यारी चिरंकाल आई बारी, प्यारे प्रभु दियां अनेक नाम रस विधियां प्यारियां सुहागना ने, तेरी भी हुण अनेकां जूनां विच भटक भटक के चिरां पिछों प्राप्त होए मनुखा जन्म द्वारा प्रभु मिलाप की वारी आई है। लियो ना सुहाग संग छाड़ हट नीच को।
हुण तू क्यों हंकार नूं छड्डदी क्यों नहीं, ते नीच हट नूं छड्ड के अपने सुहागपति मिलाप नूं प्राप्त क्यों नहीं करदी। ते फिर कहंदे ने रजनी बिहात जात, जिंदगी रूपी रात लंघदी जा रही है, जोबन श्रृंगार गात, खेलो ना प्रेम रस मोह सुख बीच को। सब कासे ने छड्ड जाना है, तां तू प्यारे प्रीतम दे प्रेम रस का आनंद क्यों नहीं मानदी, क्यों माया मद दे झूठे सुख विच जीवन रूपी रात गवा रही है। अंत विच भाई साहब कहते ने अब कहना भेटा नाथ, बहुरियो ना आवे हाथ। अब कहना भेटा नाथ, जे हुण इस मनुखा जन्म विच भी मालक प्रभु का मिलाप ना प्राप्त किया, तां मुड़ ये अवसर हथ नहीं आना, सारी आयु प्रभु के विछोड़े विच ही बीत जानी है। ते जो महाबली मौत का वड्डा भरा है ना, बिरहा बिहावे भाव विछोड़ा, बल बड़ो भाई मीच को, जिहड़ा मौत का भी वड्डा भरा है, जिहड़ा दुख मौत नालों भी ज्यादा हुंदा, फिर तेरा प्रभु नालों वो विछोड़ा जिहड़ा वो पासेगा। इसे प्रकार घरी घरी टेर करियार सुनाए संदेशो, पहर पहर पुन पुन समझाए हैं। जैसे जैसे जल भर भर बेली बूढ़त है, पूर्ण हुए पापन की नाव है हराए हैं। चौं ओर शोर कह पारवा पुकार हारे, चारों जाम सोवते अचेत ना लजाए हैं। तमचर शब्द सुनती उगार आंख है, बिन प्रिय प्रेम रस पाछे पछताए हैं। आ कड़ियाल हर 24 मिनट बाद खड़कदा है, इहदे ते वदान वजदा है और ये तेनू कहंदा भी तेरी जिंदगी विचों एक घड़ी होर लंघ गई है। ऐ गाफल घड़ियाल तुझे कराता है मुनादी, गर्दू ने जिंदगी की एक घड़ी और कम कर दी। पैर पैर पुन पुन समझाए हैं, पैर बाद वखरे किस्म का वो वजदा है, वो टून थोड़ी जी घड़ी नालों डिफरेंट हुंदी, वो भी तेनू यही कहंदे ने भी समा लंघदा जा रहा। तो इस कविता राहीं भी भाई गुरदास जी समय की संभाल करन दा सानू उपदेश बख्शिश कर रहे हैं। जिस तरह कबीर साहब कह रहे हैं, ये बेला कत आई, रही वास्ते कत समय ने एक ना मनी, फड़ फड़ रही तरीक समय खिसकाई कन्नी। तिखे अपने वेग गया टप बन्नो बन्नी, मैं किवें ना सकी रोक अटक जो पाई भन्नी। हो संभल संभाल इस समय नूं, ये समा उडंदा जावदा, ये ठहरन जाच ना जानदा, लंघ गया ना मुड़ के आउंदा। इसलिए ये बेला कत आई, छूटे कुंडे भीगे पुरियां, चलियो जलाहो रिसाई। छूटे कुंडे, ये साध संगत जी छूटे दे अर्थ ने छुट जाते हैं, खुस जाते हैं। कुंडे भाव जगत के पदार्थ, जिवें जलाए ने मिट्टी के बर्तन रखे होंगे ना, उन्होंने कुंडा कह देंगे ने, जिवें आपां भी दौरी डंडे नूं कुंडा डंडा कह दिंदे आ। वो कुंडा जिहा रखिया हुंदा, उहदे च पानी पा के रखिया हुंदा, सूतर दीयां नालियां कपड़ा उन्न वेले भिओं के उहदे विच रखदे ने। तो जिहड़ा वो समाज हुंदा जलाए दा, जिवें जलाया छड्ड जांदा, इस तरह ये जीव जलाया सारे पदार्थ सारा कुछ इत्थे धरिया धराया संसार दे उत्ते रह जाता है, नाल कुछ नहीं निभदा। लंका सकोट समुंद सी खाई, ते रावण कर खबर ना पाई। 1 लाख पूत 1.25 लाख नाती, ते रावण कर दिया ना बाती। अर्थात मूर्ख रावण क्या ले गया। तो ये सारा जो समाज है ये छुट जाना, कुंडे डंडे इत्थे छुट जाने ने, और चलियो जलाहो जुलाहो रिसाई। फिर इस प्रकार हजूर कहते ने, इस विछोड़े के कारण जीव जलाहा खिज के इत्थों तुर पैंदा। अंतला पदा सत्संग जी, छोछी नली तंत नहीं निकसै, नतर रही उरजाई। छोछी दे अर्थ हुंदे ने खाली, जिवें कहो कबीर छूछा कट बोलै। नली मैंने नलकी, तंत मैंने तंद भाव श्वास। छोछी नली, नली खाली हो जाती है।
ਜਿਵੇਂ ਉਹ ਇੱਕ ਪਾਈਪ ਜੀ ਰੱਖੀ ਹੁੰਦੀ, ਕਿਤੇ ਧਾਗਾ ਟੁੱਟ ਜਾਏ ਤੇ ਉਹਦੇ 'ਚ ਸਾਹ ਖਿੱਚ ਕੇ ਉਹਨੂੰ ਪਕੜ ਲੈਣਾ, ਉਂਝ ਪਕੜ 'ਚ ਨਹੀਂ ਆਉਂਦਾ। ਉਹ ਸਮਾਜ ਨਾਲ ਹੀ ਮੈਚ ਕਰਕੇ ਸਾਰਾ ਮਨੁੱਖੀ ਸਰੀਰ ਜਿਹੜਾ ਉਹਨੂੰ ਐਕਸਪਲੇਨ ਕਰ ਰਹੇ ਨੇ ਭਗਤ ਕਬੀਰ ਸਾਹਿਬ ਮਹਾਰਾਜ। ਛੋਛੀ ਖਾਲੀ ਨਲੀ ਨਲਕੀ ਤੰਤ ਤੰਦ ਭਾਵ ਸਵਾਸ, ਛੋਛੀ ਨਲੀ ਨਲੀ ਖਾਲੀ ਹੋ ਜਾਂਦੀ, ਭਾਵ ਜੀਵਾਤਮਾ ਸਰੀਰ ਨੂੰ ਛੱਡ ਜਾਂਦਾ। ਜਿਸ ਦੇ ਦੁਆਲੇ ਉਣਿਆ ਕੱਪੜਾ ਵਲੇਟੀ ਦਾ ਉਹਨੂੰ ਕਹਿੰਦੇ ਨੇ ਤਰ। ਤੇ ਉਰਝਾਈ ਮੈਨੇ ਉਲਝੀ ਹੋਈ, ਨਾ ਤਰ ਰਹੀ ਉਰਝਾਈ, ਨਾਭੀ ਵੀ ਉਲਝੀ ਨਹੀਂ ਰਹਿੰਦੀ। ਨਾਭੀ ਦਾ ਜੋ ਸਵਾਸਾਂ ਨਾਲ ਸੰਬੰਧ ਸੀ ਉਹ ਵੀ ਨਹੀਂ ਰਿਹਾ, ਭਾਵ ਜੀਵ ਮੁੱਕ ਗਿਆ। ਤੇ ਪਸਾਰ ਮੈਨੇ ਖਲਾਰਾ ਫਸਫਸਾ, ਇਹਾਂ ਇੱਥੇ ਹੀ ਬਪਰੀ ਇਹ ਭੈੜੀ ਵਾਸ਼ਨਾ, ਇਹਾਂ ਰਹੋ ਇੱਥੇ ਹੀ ਟਿਕੀ ਰਹੋ। ਜੀਵ ਦਾ ਸਾਥ ਛੱਡ ਦੇ, ਭਾਵ ਆਖਰ ਨਲੀ ਖਾਲੀ ਹੋ ਜਾਂਦੀ ਏ। ਛੋਛੀ ਨਲੀ ਤੰਤ ਨਹੀਂ ਨਿਕਸੈ, ਤੰਦ ਨਹੀਂ ਨਿਕਲਦੀ। ਨਤਰ ਰਹੀ ਉਰਜਾਈ, ਤੁਰ ਉਲਝੀ ਹੋਈ ਨਹੀਂ ਰਹਿੰਦੀ, ਭਾਵ ਜੀਵਾਤਮਾ ਸਰੀਰ ਨੂੰ ਛੱਡ ਦਿੰਦਾ। ਸਵਾਸ ਚੱਲਣੇ ਮੁੱਕ ਜਾਂਦੇ ਹਨ ਤੇ ਸਵਾਸਾਂ ਦਾ ਨਾਭੀ ਨਾਲ ਸੰਬੰਧ ਟੁੱਟ ਜਾਂਦਾ ਹੈ। ਇਹ ਕਬੀਰ ਹੁਣ ਤਾਂ ਇਸ ਵਾਸ਼ਨਾ ਨੂੰ ਮਤ ਦੇ ਕੇ ਆਖ, ਹੇ ਚੰਦਰੀ ਵਾਸ਼ਨਾ, ਇਹ ਜੰਜਾਲ ਛੱਡ ਦੇ ਤੇ ਹੁਣ ਤਾਂ ਇਸ ਜੀਵ ਦਾ ਖਹਿੜਾ ਛੱਡ ਦੇ। ਸੋ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਮਾਧਿਅਮ ਨਾਲ ਸਾਨੂੰ ਵਾਸ਼ਨਾ ਤੋਂ ਉੱਪਰ ਉੱਠ ਕੇ ਜੀਵਨ ਦੇ ਪ੍ਰਯੋਜਨ ਨੂੰ ਸਮਝ ਕੇ ਅਪਲਾਈ ਕਰਕੇ ਔਰ ਸਫਲ ਕਰਨ ਦੀ ਪ੍ਰੇਰਨਾ ਕਰ ਰਹੇ ਨੇ। ਭਾਵ ਇਹੀ ਹੈ ਕਿ ਜਦੋਂ ਜੀਵ ਪ੍ਰਭੂ ਦੀ ਯਾਦ ਵਿਸਾਰ ਦਿੰਦਾ ਤਾਂ ਵਾਸ਼ਨਾ ਵਿੱਚ ਵੱਧ ਜਾਂਦਾ, ਫਿਰ ਵਾਸ਼ਨਾ ਬੱਧਾ ਹੀ ਜਗਤ ਵਿੱਚ ਆਉਂਦਾ ਰਹਿੰਦਾ। ਵਾਸ਼ਨਾ ਬੱਧਾ ਆਵੇ ਜਾਏ, ਇੱਥੇ ਭਾਵੇਂ ਥੋੜੇ ਦਿਨਾਂ ਲਈ ਰਹਿਣਾ ਹੁੰਦਾ, ਪਰ ਦੁਨੀਆ ਦੇ ਪਦਾਰਥਾਂ ਵਿੱਚ ਫਸ ਜਾਂਦਾ ਜੀਵ। ਪ੍ਰਭੂ ਤੋਂ ਆਕੀ ਰਹਿੰਦਾ, ਆਖਰ ਮੌਤ ਆ ਹੀ ਜਾਂਦੀ ਹੈ, ਫਿਰ ਵੀ ਵਾਸ਼ਨਾ ਇਸ ਦੀ ਖਲਾਸੀ ਨਹੀਂ ਕਰਦੀ। ਮਰਨ ਵੇਲੇ ਵੀ ਵਾਸ਼ਨਾ ਬਣੀ ਰਹਿੰਦੀ ਹੈ। ਸੁਰਤ ਕਿਸੇ ਨਾ ਕਿਸੇ ਪਾਸੇ, ਲక్ష్ਮੀ ਵਾਲੇ ਪਾਸੇ, ਇਮਾਰਤ ਵਾਲੇ ਪਾਸੇ, ਬੱਚਿਆਂ ਵਾਲੇ ਪਾਸੇ, ਇਸਤਰੀ ਵਾਲੇ ਪਾਸੇ ਚਲੀ ਜਾਂਦੀ ਹੈ, ਔਰ ਫਲ ਸਰੂਪ ਅਗਲੀ ਯਾਤਰਾ ਫਿਰ ਉਸੇ ਪ੍ਰਕਾਰ ਹੀ ਸ਼ੁਰੂ ਹੋ ਜਾਂਦੀ ਹੈ। ਸੋ ਗੁਰੂ ਕਿਰਪਾ ਕਰੇ ਅਸੀਂ ਕੇਵਲ ਗੱਲਾਂ ਕਰਨ ਤੇ ਸੁਣ ਤੱਕ ਹੀ ਸੀਮਤ ਨਾ ਰਹੀਏ। ਅਰਦਾਸ ਕਰੀਏ ਵੀ ਮਹਾਰਾਜ ਬਚੇ ਹੋਏ ਸਵਾਸ ਗੁਰਮਤਿ ਜੁਗਤ ਅਨੁਸਾਰ ਬਸ਼ਰ ਕਰਨ ਦੀ ਸਮਰੱਥਾ ਬਖਸ਼ ਦਿਓ, ਤਾਂ ਤੇ ਸਾਡੇ ਵੀ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਮਾਂ ਵਾਕਾਂ ਅਨੁਸਾਰ ਜੀਵਨ ਸਫਲ ਹੋ ਸਕੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਸੋ ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।